परम सत्कारयोग गुरु प्यारी खालसा साध संगत आप सिख संगतां बड़े भागां वाले हो जिन्हां नूं सतगुरु पातशाह जी के दर्शन सेवा सिमरन अमृत वेले प्राप्त हुंदा है। सेवा करके बाणी पढ़ के बाणी सुन के गुरु के चरणों विच हाजरियां भर के आप सिख संगतां लाहा लैंदे हो। बहुत चंगे कर्म बड़े भाग हुंदे है जदों कोई बाणी सुनदा है, बाणी पढ़दा है, सेवा करदा है। सेवा तो बिना, बाणी तो बिना, नाम तो बिना किते भी बंदे दा पार उतारा नहीं है। इको एक बाणी है, सेवा है, सिमरन है, जिहदे नाल मनुख दा पार उतारा हुंदा है। इसलिए गुरु दा सिख गुरु दे चरणों विच सुबह ते शाम गुरु की याद विच जुड़दा है। सिमरन करदा होया, बाणी पढ़दा होया, सेवा करदा होया। दूसरा सतगुरु महाराज सच्चे पातशाह जी बख्शिशां किरपा कर रहे हैं। आप संगतां ने अमृत वेले तो लैके नितनेम दीयां बाणियां दे पाठ सुने हैं। जेड़ा जेड़ा भी पिंड विच स्पीकरां राहीं बाणी सुनदा है वो मनुख भी चंगे कर्मां वाला है, बड़े भागां वाला है। इसलिए बेनती करते हैं कि सतगुरां दी बाणी दी हुक्मनामे की व्याख्या और आपां कर रहे हैं। कल भी हुक्मनामे की व्याख्या हुई, अज भी, और एक दो दिनों के विच आपां ने धन धन साहिब श्री गुरु नानक देव पातशाह जी के अवतार पुरब नूं मुख रखदिआं, प्रकाश पुरब नूं मुख रखदिआं और इतिहास की कथा प्रारंभ करनी है। जिन्ने दिन अपने कोले इतिहास की पोथी नहीं, उन्ने दिन आपां बाणी की कथा शब्द नाल जुड़ांगे तां कि साडा बाणी सुन के, गुरु का इतिहास सुन के, गुरु दीयां विचारां सुन के साडी जिंदगी विच सानूं लाहा मिलदा रहे। सारियां संगतां नूं बेनती है कि जिन्हां जिन्हां कोले स्पीकरां दी आवाज़ जांदी है, भावें वो घरां विच काम कर रहे है, भावें वो सेवा कर रहे है, भावें वो शहर करते है, जिथे जिथे भी हो ध्यान रूपी हाजरी गुरु के चरणों विच लगा के अपना बाणी का, नाम का, सेवा का लाहा लो। 617 अंग ते सतगुरु पातशाह जी सोरठ राग दे विच पंजवें पातशाह धन धन साहिब श्री गुरु अर्जन देव महाराज
ਸਾਰੀ ਸੰਗਤ ਨੂੰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹੱਲਾ ਪੰਜਵਾ। ਅਬਿਨਾਸੀ ਜੀਅਨ ਕੋ ਦਾਤਾ, ਸਿਮਰਤ ਸਭ ਮਲ ਖੋਈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ। ਪਾਤਸ਼ਾਹ ਜੀ ਉਚਾਰਨ ਕਰਕੇ ਸਮਝਾਉਂਦੇ ਹਨ ਕਿ ਜਿਹੜਾ ਨਾਸ ਤੋਂ ਰਹਿਤ ਪਰਮੇਸ਼ਰ ਹੈ, ਦਾਤਾ ਹੈ, ਅਬਿਨਾਸੀ, ਨਾਸ ਤੋਂ ਰਹਿਤ, ਜੀਵਨ ਕੋ ਦਾਤਾ, ਜਿਹੜਾ ਸਾਰੇ ਜੀਵਾਂ ਦਾ ਦਾਤਾ ਹੈ, ਜਿਹਨੇ ਸਾਨੂੰ ਪੈਦਾ ਕੀਤਾ, ਉਹ ਮਾਲਕ ਸਾਨੂੰ ਸਾਰਿਆਂ ਨੂੰ ਰੋਜੀ ਰੋਟੀ ਦਿੰਦਾ, ਖਾਣ ਨੂੰ ਦਿੰਦਾ, ਪਹਿਨਣ ਨੂੰ ਦਿੰਦਾ, ਰਹਿਣ ਨੂੰ ਜਗ੍ਹਾ ਦਿੱਤੀ ਹੋਈ ਹੈ ਮਾਲਕ ਨੇ, ਵਾਹਿਗੁਰੂ ਨੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਜਿਹੜਾ ਵੀ ਮਨੁੱਖ ਉਹਦਾ ਸਿਮਰਨ ਕਰਦਾ, ਉਹਦੀ ਬਾਣੀ ਪੜ੍ਹਦਾ, ਉਹਦਾ ਨਾਮ ਜਪਦਾ, ਉਹਦੀ ਬਾਣੀ ਸੁਣਦਾ, ਉਹਦੇ ਨਾਮ ਨੂੰ ਸੁਣਦਾ, ਸਿਮਰਤ ਸਭ ਮਲ ਖੋਈ। ਭਾਈ ਉਹ ਮਾਲਕ ਵਾਹਿਗੁਰੂ ਦਾ ਸਿਮਰਨ ਕਰਦੇ ਹਾਂ, ਅੰਦਰ ਜਿਹੜੀ ਸਾਡੇ ਜਨਮਾਂ ਜਨਮੰਤਰਾਂ ਦੀ ਮਲ ਲੱਗੀ ਹੋਈ ਹੈ, ਮੈਲ, ਚੰਗੇ ਕਰਮਾਂ ਦੀ, ਮਾੜੇ ਕਰਮਾਂ ਦੀ, ਉਹ ਸਾਰੀ ਖੋਈ ਕਹੀਏ ਖਤਮ ਹੋ ਜਾਂਦੀ ਹੈ। ਵਾਹਿਗੁਰੂ ਦਾ ਸਿਮਰਨ ਬੰਦੇ ਦੇ ਅੰਦਰੋਂ ਮੈਲ ਪੱਟ ਦਿੰਦਾ। ਇੱਕ ਗੱਲ ਧਿਆਨ ਵਿੱਚ ਰੱਖਣਾ, ਸਾਡੇ ਅੰਦਰ ਜਨਮਾਂ ਜਨਮਾਂਤਰਾਂ ਤੋਂ ਮਲ ਲੱਗੀ ਹੈ ਨਾ ਜਿਹੜੀ, ਉਹ ਇਹ ਨਹੀਂ ਕਿ ਇਕੱਲੇ ਮਾੜੇ ਕਰਮਾਂ ਦੀ ਲੱਗੀ ਹੈ। ਬਹੁਤ ਐਸੇ ਕਰਮ ਵੀ ਹੋਣਗੇ ਜਿਨ੍ਹਾਂ ਵਿੱਚ ਚੰਗੇ ਕਰਮ ਹੋਣਗੇ, ਜਿਨ੍ਹਾਂ ਵਿੱਚ ਚੰਗੇ ਕਰਮਾਂ ਦੀ ਨਿਸ਼ਾਨੀ ਹੋਵੇਗੀ, ਪਰ ਧਿਆਨ ਦੇਣ ਦੇ ਵਚਨ ਹਨ। ਜਿਹੜੇ ਚੰਗੇ ਕਰਮ ਕੀਤੇ ਹੋਏ ਨੇ ਮਨੁੱਖ ਨੂੰ, ਉਹ ਚੰਗੀ ਜਗ੍ਹਾ 'ਤੇ ਜਨਮ ਦਿਵਾ ਦਿੰਦੇ ਨੇ, ਮਨੁੱਖਾ ਜਨਮ ਦਿਵਾ ਦਿੰਦੇ, ਚੰਗੀ ਕੌਮ ਵਿੱਚ, ਚੰਗੇ ਘਰ ਵਿੱਚ ਜਨਮ ਦੇ ਦਿੰਦੇ ਆ ਮਾਲਕ। ਜਿਹਦੇ ਮਾੜੇ ਕਰਮ ਕੀਤੇ ਹੁੰਦੇ ਆ, ਉਹ ਕਿਤੇ ਮਾੜੇ ਘਰ ਵਿੱਚ, ਮਾੜੀ ਜਗ੍ਹਾ ਵਿੱਚ ਜਨਮ ਲੈ ਲੈਂਦਾ। ਜਿਹਦੇ ਉਦੋਂ ਵੀ ਮਾੜੇ ਕਰਮ ਕੀਤੇ ਹੁੰਦੇ ਆ, ਉਹ ਪਸ਼ੂਆਂ ਦਾ, ਸੱਪਾਂ ਦਾ, ਕਿਰਲੀਆਂ ਦਾ, ਜਿਹੜੀਆਂ ਤੁਰ ਕੇ ਢਿੱਡ ਘੜੀਸ ਕੇ ਤੁਰਦੀਆਂ ਨੇ ਜੂਨਾਂ, ਉਹਨੂੰ ਟੇਢੀਆਂ ਵਿੰਗੀਆਂ ਜੂਨਾਂ ਕਹਿੰਦੇ ਆ, ਉਹਨਾਂ ਦਾ ਜਨਮ ਲੈ। ਜਿੱਦਾਂ ਦੇ ਉਦੋਂ ਵੀ ਮਾੜੇ ਕਰਮ ਕੀਤੇ ਹੁੰਦੇ ਆ, ਉਹ ਫਿਰ ਔਰ ਭੂਤਾਂ ਪ੍ਰੇਤਾਂ ਇਹੋ ਜਿਹੀਆਂ ਜੂਨਾਂ ਵਿੱਚ ਭੜਕਦਾ। ਅੰਡਜ, ਅਜੇਰਜ, ਸੇਤਜ, ਉਤਪੁਜ, ਚਾਰੇ ਖਾਣੀਆਂ ਦੇ ਵਿੱਚ ਵੱਖਰੋ ਵੱਖਰੇ ਰੂਪਾਂ ਵਿੱਚ ਮਨੁੱਖ ਜਨਮ ਲੈਂਦਾ। ਵੱਖਰੋ ਵੱਖਰੇ ਰੂਪਾਂ ਵਿੱਚ ਜਨਮ ਲੈ ਕੇ ਮਨੁੱਖ ਆਪਣੇ ਕਰਮਾਂ ਦੇ ਮੁਤਾਬਕ ਉਹ ਫਿਰ ਸੁੱਖ ਦੁੱਖ ਭੋਗਦਾ। ਆਹ ਜਿਹੜਾ ਆਪਾਂ ਗੁਰੂ ਦੀ ਹਜ਼ੂਰੀ ਵਿੱਚ ਬਹਿੰਦੇ ਹਾਂ, ਇਹ ਸਾਡੇ ਚੰਗੇ ਮਾੜੇ ਕਰਮਾਂ ਦੀ, ਬੁਰੇ ਭਲੇ ਕਰਮਾਂ ਦੀ ਜਿਹੜੀ ਮਲ ਲੱਗੀ ਹੋਈ ਹੈ, ਉਹਨੂੰ ਕੱਟਣ ਵਾਸਤੇ ਗੁਰੂ ਦੇ ਚਰਨਾਂ ਵਿੱਚ ਆ ਕੇ ਬਾਣੀ ਸੁਣਨਾ, ਗੁਰੂ ਦੇ ਚਰਨਾਂ ਵਿੱਚ ਆ ਕੇ ਬੈਠਣਾ, ਗੁਰੂ ਦੇ ਚਰਨਾਂ ਵਿੱਚ ਆ ਕੇ ਸੇਵਾ ਕਰਨੀ। ਜਿਵੇਂ ਸਵੇਰੇ ਸਵੇਰੇ ਸੰਗਤ ਕੋਈ ਝਾੜੂ ਲਾਉਂਦਾ, ਕੋਈ ਪੋਚਾ ਲਾਉਂਦਾ,
ਕੋਈ ਦਰਬਾਰ ਦੀਆਂ ਚਾਦਰਾਂ ਸਿੱਧੀਆਂ ਕਰਦਾ ਹੈ, ਕੋਈ ਚਾਦਰਾਂ ਝਾੜਦਾ ਹੈ, ਇੱਦਾਂ। ਇਹ ਵੀ ਇੱਕ ਗੁਰੂ ਦੀ ਕਿਰਪਾ ਨਾਲ ਗੁਰੂ ਦੇ ਚਰਨਾਂ ਵਿੱਚ ਆਉਣਾ, ਗੁਰੂ ਦੀ ਸੇਵਾ ਕਰਨੀ, ਬਾਣੀ ਸੁਣਨੀ। ਪਾਤਸ਼ਾਹ ਜੀ ਕਹਿੰਦੇ ਇਹ ਸਭ ਕੁਝ ਓਨਾ ਚਿਰ ਚੱਲਦਾ ਬੰਦੇ ਦੇ ਅੰਦਰ, ਬੰਦੇ ਦੇ ਕਰਮਾਂ ਦੇ ਮੁਤਾਬਕ, ਜਿੰਨਾ ਚਿਰ ਬੰਦਾ ਮੁਕਤ ਨਹੀਂ ਹੁੰਦਾ, ਜਿੰਨਾ ਚਿਰ ਬੰਦਾ ਆਪਣੀ ਮੰਜ਼ਿਲ 'ਤੇ ਨਹੀਂ ਪਹੁੰਚਦਾ, ਓਨਾ ਚਿਰ ਇਹ ਕਰਮਾਂ ਦਾ ਜ਼ੋਰ ਚੱਲਦਾ ਹੈ ਬੰਦੇ 'ਤੇ। ਚੰਗੇ ਕਰਮ ਆ ਗਏ, ਚੰਗੀ ਐਸ਼ ਮਿਲ ਗਈ, ਚੰਗਾ ਖਾਣ ਨੂੰ ਮਿਲ ਗਿਆ, ਚੰਗਾ ਪਹਿਨਣ ਨੂੰ ਮਿਲ ਗਿਆ, ਚੰਗਾ ਬੋਲਣ ਨੂੰ ਮਿਲ ਗਿਆ, ਚੰਗਾ ਸੁਣਨ ਨੂੰ ਮਿਲ ਗਿਆ, ਮਨ ਭਾਉਂਦਾ। ਤਾਂ ਬੰਦਾ ਜਦੋਂ ਹਰ ਪਾਸੇ ਚੰਗਾ ਹੀ ਚੰਗਾ, ਚੰਗਾ ਹੀ ਚੰਗਾ, ਫਿਰ ਰੱਬ ਤੋਂ ਦੂਰ ਹੁੰਦਾ ਜਾਂਦਾ ਹੈ। ਰੱਬ ਦਾ ਨਾਮ ਜਪਣਾ ਭੁੱਲ ਜਾਂਦਾ ਬੰਦਾ, ਬਹੁਤੀ ਐਸ਼ ਵਿੱਚ ਹੋਵੇ, ਸਿਮਰਨ ਕਰਨਾ ਛੱਡ ਦਿੰਦਾ। ਬਹੁਤਾ ਦੁੱਖਾਂ ਵਿੱਚ ਹੋਵੇ, ਰੱਬ ਪਰਮਾਤਮਾ ਨੂੰ ਯਾਦ ਕਰਦਾ ਹੁੰਦਾ, ਵਾਹਿਗੁਰੂ ਨੂੰ। ਕਹਿਣ ਤੋਂ ਭਾਵ ਹੈ, ਪਰ ਜਿੰਨਾ ਚਿਰ ਬੰਦਾ ਆਪਣੇ ਚੰਗੇ ਮਾੜੇ ਕਰਮਾਂ ਤੋਂ ਉੱਪਰ ਉੱਠ ਕੇ ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਮਨੁੱਖ ਨੇ ਬ੍ਰਹਿਮੰਡ ਦੀਆਂ ਖੋਜਾਂ ਕੀਤੀਆਂ, ਮਨੁੱਖ ਨੇ ਧਰਤੀ ਦੀ ਖੋਜ ਕੀਤੀ, ਬੰਦੇ ਨੇ ਆਕਾਸ਼ਾਂ ਦੀਆਂ ਖੋਜਾਂ ਕੀਤੀਆਂ, ਪਾਣੀ ਦੀਆਂ ਖੋਜਾਂ ਕੀਤੀਆਂ। ਜਿੰਨੀ ਖੋਜ ਕੀਤੀ ਹੈ ਬੰਦੇ ਨੇ, ਅੱਜ ਓਨੀ ਤਰੱਕੀ ਵਿੱਚ ਹੈ। ਪਰ ਇੱਕ ਗੱਲ ਧਿਆਨ ਵਿੱਚ ਰੱਖਣਾ, ਜਿੰਨਾ ਬੰਦਾ ਖੋਜ ਕਰਦਾ ਹੈ, ਤਰੱਕੀ ਕਰਦਾ ਹੈ, ਕਿਤੇ ਨਾ ਕਿਤੇ ਕੁਦਰਤੀ ਤੌਰ 'ਤੇ ਬੰਦੇ ਨੇ ਬਹੁਤ ਐਸੇ ਸਰੋਤ ਨੇ, ਐਸੀਆਂ ਵਸਤੂਆਂ ਨੇ, ਜਿਨ੍ਹਾਂ ਨੂੰ ਖੋਜ ਖੋਜ ਕੇ ਤਰੱਕੀ ਵੀ ਕਰ ਲਈ, ਪਰ ਕਿਤੇ ਨਾ ਕਿਤੇ ਜਿਹੜੇ ਸਰੋਤ ਨੇ ਉਹ ਖਤਮ ਕਰਤੇ, ਪਿੱਛੇ ਹਟ ਗਏ। ਪਰ ਜਿਹੜੀ ਅੰਦਰ ਦੀ ਖੋਜ ਹੈ, ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ, ਜਦੋਂ ਕੋਈ ਮਨੁੱਖ ਆਪਣੇ ਆਪ ਦੀ ਖੋਜ ਕਰਦਾ ਹੈ, ਅੰਦਰ ਦੀ ਖੋਜ ਕਰਦਾ ਹੈ, ਨਾਮ ਜਪਦਾ ਹੈ, ਸਿਮਰਨ ਕਰਦਾ ਹੈ, ਔਰ ਅਨਾਹਦ ਸ਼ਬਦ ਦੀ ਪ੍ਰਾਪਤੀ ਕਰਦਾ ਹੈ, ਦਸਮ ਦੁਆਰ ਦੀ ਪ੍ਰਾਪਤੀ ਕਰਦਾ, ਟੱਪ ਕੇ ਮੰਜ਼ਿਲ 'ਤੇ ਪਹੁੰਚ ਜਾਂਦਾ ਹੈ, ਫਿਰ ਐਸੇ ਮਨੁੱਖ ਦੇ ਕਰਮ ਬਣਦੇ ਨੇ। ਐਸੇ ਮਨੁੱਖ ਨੂੰ ਕਰਮਾਂ ਦੀ ਗਤੀਵਿਧੀ ਵਿੱਚ ਜਾਣਾ ਨਹੀਂ ਪੈਂਦਾ। ਐਸੇ ਮਨੁੱਖ ਨੂੰ ਮੁਕਤੀ ਦਾ ਦੁਆਰ, ਮੋਖ ਦੁਆਰ ਪ੍ਰਾਪਤ ਹੋ ਜਾਂਦਾ। ਉਹ ਆਪਣੀ ਬਾਟ ਮੁਕਾ ਲੈਂਦਾ। ਪਰ ਮੁਕਦੀ ਕਦੋਂ ਹੈ? ਪਾਤਸ਼ਾਹ ਜੀ ਕਹਿੰਦੇ, ਸਿਮਰਤ ਸਭ ਮਲ ਖੋਈ। ਭਾਈ ਵਾਹਿਗੁਰੂ ਸਿਮਰਨ, ਪਰਮਾਤਮਾ ਦਾ ਸਿਮਰਨ ਕਰਕੇ, ਅਵਿਨਾਸੀ ਨਾਸ ਤੋਂ ਰਹਿਤ ਜਿਹੜਾ ਮਾਲਕ ਹੈ ਨਾ, ਉਹਦਾ ਸਿਮਰਨ ਕਰ। ਇੱਕ ਗੱਲ ਧਿਆਨ ਵਿੱਚ ਰੱਖਣੀ, ਜਿਹੜਾ ਬੰਦਾ ਜਨਮਾਂ ਜਨਮਾਂਤਰਾਂ ਦੇ ਵਿੱਚ ਆਪ ਫਿਰਦਾ, ਉਹਨੇ ਦੂਜੇ ਨੂੰ ਜਨਮਾਂ ਵਿੱਚੋਂ ਕਿਵੇਂ ਕੀ ਕੱਢਣਾ? ਜਿਹੜਾ ਬੰਦਾ ਆਪ ਮੁਕਤ ਨਹੀਂ, ਉਹ ਦੂਸਰੇ ਨੂੰ ਮੁਕਤ ਨਹੀਂ ਕਰ ਸਕਦਾ। ਇੱਕੋ ਇੱਕ ਮਾਲਕ ਹੈ, ਇੱਕੋ ਇੱਕ ਮਾਲਕ ਦੀ ਸ਼ਕਤੀ ਹੈ ਸ਼ਬਦ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ, ਜਿਹੜਾ ਜਨਮਾਂਤਰਾਂ ਦੇ ਵਿੱਚ ਨਹੀਂ ਪੈਂਦਾ, ਉਹ ਨਾਸ ਤੋਂ ਰਹਿਤ ਹੈ। ਪਾਤਸ਼ਾਹ ਜੀ ਕਹਿੰਦੇ, ਜਿਹੜਾ ਅਵਿਨਾਸੀ ਹੈ ਨਾ ਮਾਲਕ, ਉਹ ਵਾਹਿਗੁਰੂ ਦਾ ਸਿਮਰਨ ਕਰ, ਨਾਸ ਤੋਂ ਰਹਿਤ ਦਾ। ਤਾਂ ਸਿਮਰਤ ਸਭ ਮਲ ਖੋਈ, ਸਾਰੀ ਮਲ
ਜਨਮਾਂ ਜਨਮਾਂਤਰਾਂ ਦੀ ਉਹ ਖਤਮ ਹੋ ਜਾਵੇਗੀ। ਜਿਵੇਂ ਕੱਪੜੇ ਵਿੱਚ ਜਦੋਂ ਮਲ ਲੱਗਦੀ ਹੈ, ਮੈਲ, ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਐ ਉਹ ਧੋਏ। ਔਰ ਪਿਸ਼ਾਬ ਦੇ ਨਾਲ, ਗੰਦਗੀ ਦੇ ਨਾਲ, ਧੂੜ ਦੇ ਨਾਲ, ਮਿੱਟੀ ਨਾਲ ਜਦੋਂ ਕੱਪੜਾ ਲਿਬੜ ਜਾਂਦਾ ਹੈ, ਲਿਬੜੇ ਹੋਏ ਕੱਪੜੇ ਨੂੰ ਜਦੋਂ ਸਾਡੀਆਂ ਭੈਣਾਂ ਧੋਂਦੀਆਂ ਨੇ ਸਾਬਣ ਲਾ ਕੇ, ਤਾਂ ਉਹਦੇ ਵਿੱਚੋਂ ਮਲ ਨਿਕਲਦੀ ਹੈ, ਮੈਲ। ਪਾਤਸ਼ਾਹ ਜੀ ਕਹਿੰਦੇ ਇਸੇ ਤਰ੍ਹਾਂ ਤੇਰੇ ਸਰੀਰ ਰੂਪੀ ਆਤਮਿਕ ਕੱਪੜੇ ਨੂੰ ਮਲ ਲੱਗੀ ਹੋਈ ਹੈ, ਜਨਮਾਂ ਜਨਮਾਂਤਰਾਂ ਦੀ। ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਐ ਉਹ ਧੋਏ। ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਜਿਵੇਂ ਸਰੀਰ 'ਤੇ ਪਾਇਆ ਹੋਇਆ ਕੱਪੜਾ ਸਾਬੂਨ ਦੇ ਨਾਲ ਧੋਤਾ ਜਾਂਦਾ ਹੈ, ਇਸੇ ਤਰ੍ਹਾਂ ਆਤਮਿਕ ਰੂਪੀ ਕੱਪੜਾ ਕਾਹਦੇ ਨਾਲ ਧੋਤਾ ਜਾਂਦਾ ਹੈ? ਪਾਤਸ਼ਾਹ ਜੀ ਕਹਿੰਦੇ ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਨਾਮ ਦੇ ਰੰਗ ਨਾਲ ਧੋਤਾ ਜਾਂਦਾ। ਨਾਮ ਰੰਗ ਤਿਸ ਕੋ ਲਾਗਾ ਜਿਸਕੇ ਵਡ ਭਾਗਾ। ਪਾਤਸ਼ਾਹ ਜੀ ਕਹਿੰਦੇ ਨਾਮ ਦਾ ਰੰਗ ਉਹਨਾਂ ਨੂੰ ਲੱਗਦਾ ਭਾਈ, ਨਾਮ ਬਾਣੀ ਸੁਣਨਾ, ਨਾਮ ਸੁਣਨਾ, ਬਾਣੀ ਦੀ ਵਿਚਾਰ ਸੁਣਨੀ, ਕਥਾ ਸੁਣਨੀ, ਇਹ ਕਿੰਨਾਂ ਨੂੰ ਚੰਗੀ ਲੱਗਦੀ ਹੈ? ਪਾਤਸ਼ਾਹ ਜੀ ਕਹਿੰਦੇ ਜਿਸਕੇ ਵਡ ਭਾਗਾ, ਜਿਨ੍ਹਾਂ ਦੇ ਵੱਡੇ ਭਾਗ ਹੈ, ਚੰਗੇ ਕਰਮ ਹੈ। ਅਵਨਾਸੀ ਜੀਅਨ ਕੋ ਦਾਤਾ, ਸਿਮਰਤ ਸਭ ਮਲ ਖੋਈ। ਗੁਣ ਨਿਧਾਨ ਭਗਤਨ ਕਉ ਵਰਤਨ, ਬਿਰਲਾ ਪਾਵੈ ਕੋਈ। ਗੁਣ ਨਿਧਾਨ ਭਗਤਨ ਕਉ ਵਰਤਨ। ਗੁਰੂ ਨਾਨਕ ਪਾਤਸ਼ਾਹ ਜੀ, ਪੰਜਵੇਂ ਪਾਤਸ਼ਾਹ, ਸੰਗਤ ਨੂੰ ਸਿੱਖਿਆ ਦਿੰਦੇ ਹੋਏ ਕਹਿੰਦੇ ਹਨ, ਗੁਣਾਂ ਦਾ ਨਿਧਾਨ ਕਹੀਏ ਖਜ਼ਾਨਾ ਪਰਮਾਤਮਾ ਨੇ ਆਪਣੇ ਭਗਤਾਂ ਨੂੰ ਵਰਤਣ ਵਾਸਤੇ ਦਿੱਤਾ ਹੋਇਆ, ਬਾਣੀ ਦਾ, ਨਾਮ ਦਾ, ਸਿਮਰਨ ਦਾ, ਸੇਵਾ ਦਾ। ਪਾਤਸ਼ਾਹ ਜੀ ਕਹਿੰਦੇ ਹਨ, ਪਰ ਦੇਖੋ ਜਿਵੇਂ ਜਦੋਂ ਗੁਰੂ ਘਰ ਵਿੱਚ ਅਖੰਡ ਪਾਠ ਕਰਾਉਂਦੇ ਹਾਂ, ਜਾਂ ਕਿਤੇ ਵੀ ਅਖੰਡ ਪਾਠ, ਸਹਿਜ ਪਾਠ, ਬਾਣੀ ਦੇ ਪਾਠ ਚੱਲਦੇ ਹੈ, ਉਦੋਂ ਆਪਾਂ ਲੰਗਰ ਲਾਉਂਦੇ ਹਾਂ। ਹੁਣ ਸਾਰੇ ਲੋਕ ਥੋੜ੍ਹਾ ਛਕਦੇ ਆ ਲੰਗਰ, ਜਿਹਦੇ ਕਰਮਾਂ ਵਿੱਚ ਲਿਖਿਆ ਹੁੰਦਾ ਹੈ, ਜਾਂ ਜਿਹੜਾ ਕੋਈ ਆ ਜਾਂਦਾ ਹੈ, ਉਹ ਛਕ ਲੈਂਦਾ। ਇਸੇ ਤਰ੍ਹਾਂ ਆਪਣੇ ਭਗਤਾਂ ਨੂੰ ਗੁਣਾਂ ਦਾ ਖਜ਼ਾਨਾ, ਗੁਰੂ ਦਾ ਲੰਗਰ ਦੇ ਦਿੱਤਾ ਕਿ ਲੈ ਭਾਈ ਇਹ ਤੈਨੂੰ ਲੰਗਰ ਦੇ ਦਿੱਤਾ ਬਾਣੀ ਦਾ, ਨਾਮ ਦਾ, ਤੂੰ ਲੋਕਾਂ ਨੂੰ ਸੁਣਾ, ਤੂੰ ਲੋਕਾਂ ਨੂੰ ਇਹ ਛਕਾ ਕੰਨਾਂ ਰਾਹੀਂ। ਹੁਣ ਸਾਰੇ ਛਕਣ ਵਾਲੇ ਨਹੀਂ, ਕਿਸੇ ਨੂੰ ਲੰਗਰ ਪ੍ਰਸ਼ਾਦ ਚੰਗਾ ਲੱਗਦਾ, ਕਿਸੇ ਨੂੰ ਦਾਲ ਚੰਗੀ ਲੱਗਦੀ ਹੈ, ਕਿਸੇ ਨੂੰ ਪਕੌੜੇ ਚੰਗੇ ਲੱਗਦੇ ਆ, ਕਿਸੇ ਨੂੰ ਇਕੱਲੀ ਚਾਹ ਚੰਗੀ ਲੱਗਦੀ ਹੈ। ਲੰਗਰ ਛਕਣ ਵਾਲੇ ਵੀ ਵੱਖਰਾ ਵੱਖਰਾ ਉਹ ਟੈਸਟ ਭਾਲਦੇ ਆ। ਇਸੇ ਤਰ੍ਹਾਂ ਔਰ ਹੁਣ ਜਿਨ੍ਹਾਂ ਨੂੰ ਬਾਣੀ ਦਾ ਲੰਗਰ ਪ੍ਰਸ਼ਾਦ ਚੰਗਾ ਲੱਗਦਾ ਹੈ, ਉਹ ਕਹਿੰਦੇ ਔਰ ਕ੍ਰੋਧ ਨਾ ਹੋਵੇ, ਕਾਮ ਨਾ ਹੋਵੇ, ਲੋਭ ਨਾ ਹੋਵੇ, ਮੋਹ ਨਾ ਹੋਵੇ। ਜਿਨ੍ਹਾਂ ਨੂੰ ਇਹ ਲੰਗਰ ਚੰਗਾ ਲੱਗਦਾ, ਉਹ ਕਹਿੰਦੇ ਬਾਣੀ ਤੋਂ ਕੀ ਕਰਾਉਣਾ, ਮਸਾਂ ਜਨਮ ਮਿਲਿਆ, ਕਰ ਲਓ ਐਸ਼, ਮਨ ਮਰਜ਼ੀਆਂ ਕਰ ਲਓ। ਵੱਖਰੋ ਵੱਖਰਾ ਹੈ। ਕਿਸੇ ਨੂੰ ਕੱਪੜਾ ਪਾਉਣਾ ਚੰਗਾ ਲੱਗਦਾ, ਕਿਸੇ ਨੂੰ ਨਹੀਂ ਚੰਗਾ ਲੱਗਦਾ, ਕਿਸੇ ਨੂੰ ਸੂਤੀ ਚੰਗਾ, ਕਿਸੇ ਨੂੰ ਔਰ ਟੈਰੀਕਾਟ ਚੰਗਾ, ਕਿਸੇ ਨੂੰ ਕੋਈ, ਕਿਸੇ ਨੂੰ ਕੋਈ। ਕਹਿਣ ਤੋਂ ਭਾਵ ਹੈ ਗੁਣ ਨਿਧਾਨ
ਗੁਣਾਂ ਦਾ ਖਜ਼ਾਨਾ ਵਾਹਿਗੁਰੂ ਨੇ ਆਪਣੇ ਭਗਤਾਂ ਨੂੰ, ਆਪਣੇ ਨਾਮ ਜਪਣ ਵਾਲਿਆਂ ਨੂੰ ਦਿੱਤਾ। ਆ ਜਿਹੜਾ ਗੁਣਾਂ ਦਾ ਖਜ਼ਾਨਾ ਇਹ ਦੇ ਦਿੱਤਾ ਹੈ ਆਪਣੇ ਭਗਤਾਂ ਨੂੰ। ਬਾਣੀ ਦਾ ਖਜ਼ਾਨਾ ਦੇਖੋ, ਹਰ ਬੰਦਾ ਬਾਣੀ ਨਹੀਂ ਪੜ੍ਹ ਸਕਦਾ। ਬਾਣੀ ਪੜ੍ਹਨ ਵਾਲੇ ਬਹੁਤ ਮਿਲ ਜਾਣਗੇ, ਪਰ ਹਰ ਬੰਦਾ ਕਥਾ ਨਹੀਂ ਕਰ ਸਕਦਾ। ਕਥਾ ਕਰਨ ਵਾਲੇ ਬਹੁਤ ਮਿਲ ਜਾਣਗੇ, ਪਰ ਹਰ ਬੰਦਾ ਕੀਰਤਨ ਨਹੀਂ ਕਰ ਸਕਦਾ। ਕੀਰਤਨ ਉਦੋਂ ਵੀ ਔਖਾ ਹੈ। ਸ਼ਬਦਾਂ ਦੀ ਕਮਾਈ, ਪਹਿਲਾਂ ਸ਼ਬਦ ਯਾਦ ਕਰਨੇ, ਫਿਰ ਹਾਰਮੋਨੀਅਮ 'ਤੇ ਉਹਨੂੰ ਗਾਉਣਾ ਸ਼ਬਦਾਂ ਵਿੱਚ, ਬੜਾ ਔਖਾ ਹੈ। ਫਿਰ ਜੇ ਕੀਰਤਨ ਕਰਨ ਲੱਗ ਜਾਏ, ਕੀਰਤਨ ਦੇ ਨਾਲ ਨਾਲ ਵੀ ਵਿਆਖਿਆ ਕਰਦੇ ਆ ਕਈ ਸਾਡੇ ਰਾਗੀ ਸਿੰਘ, ਉਹ ਨਹੀਂ ਹੁੰਦੀ। ਕਹਿਣ ਤੋਂ ਭਾਵ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ, ਇਹ ਗੁਣਾਂ ਦਾ ਖਜ਼ਾਨਾ ਆਪਣੇ ਭਗਤਾਂ ਨੂੰ ਕਈ ਰੂਪਾਂ ਵਿੱਚ ਦੇ ਦਿੱਤਾ। ਕਈਆਂ ਨੂੰ ਬਾਣੀ ਪੜ੍ਹਨ ਦਾ ਖਜ਼ਾਨਾ ਦੇ ਦਿੱਤਾ ਕਿ ਤੂੰ ਬਾਣੀ ਪੜ੍ਹਨੀ। ਕਈਆਂ ਨੂੰ ਬਾਣੀ ਪੜ੍ਹਨ ਦੇ ਨਾਲ ਨਾਲ ਕਥਾ ਕਰਨ ਦਾ ਖਜ਼ਾਨਾ ਦੇ ਦਿੱਤਾ ਕਿ ਤੂੰ ਕਥਾ ਵੀ ਕਰੇਗਾ। ਕਈਆਂ ਨੂੰ ਕਥਾ ਦੇ ਨਾਲ ਨਾਲ ਕੀਰਤਨ ਦਾ ਖਜ਼ਾਨਾ ਦੇ ਦਿੱਤਾ, ਗਾਉਣ ਦਾ, ਤੇ ਤੂੰ ਕੀਰਤਨ ਗਾਉਣਾ। ਇਹ ਸਾਰੇ ਖਜ਼ਾਨੇ, ਗੁਣਾਂ ਦੇ ਖਜ਼ਾਨੇ, ਨਾਮ ਦੇ ਖਜ਼ਾਨੇ ਪਾਤਸ਼ਾਹ ਜੀ ਕਹਿੰਦੇ ਹਨ ਆਪਣੇ ਭਗਤਾਂ ਨੂੰ ਦੇ ਦਿੱਤੇ। ਅਤੇ ਉਹ ਰੱਬ ਦੇ ਭਗਤ ਹੈ ਜਿਹੜੇ, ਉਹ ਉਹਦਾ ਹੁਕਮ ਮੰਨ ਕੇ ਕਿ ਸੱਚੇ ਪਾਤਸ਼ਾਹ ਤੂੰ ਸਾਨੂੰ ਗੁਣ ਦਿੱਤਾ। ਜਿਵੇਂ ਇੱਕ ਬੰਦੇ ਨੂੰ ਖੇਤੀ ਕਰਨ ਦਾ ਗੁਣ ਦੇ ਦਿੱਤਾ ਕਿ ਤੂੰ ਖੇਤੀ ਕਰ ਸਕਦਾ। ਜਿਹੜਾ ਖੇਤੀ ਕਰਦਾ ਹੈ ਉਹ ਬੰਦਾ ਸੋਚਦਾ ਕਿ ਮੇਰੇ ਪੁੱਤ ਖੇਤੀ ਕਰਨ ਤੋਂ ਕਿਤੇ ਅਣਜਾਣ ਨਾ ਰਹਿ ਜਾਣ। ਉਹ ਆਪਣੇ ਬੱਚਿਆਂ ਨੂੰ ਖੇਤੀ ਕਰਨੀ ਸਿਖਾਉਂਦਾ। ਕੋਈ ਬੰਦਾ ਦੁਕਾਨ ਦਾ ਗੁਣ ਲੈ ਲੈਂਦਾ, ਦੁਕਾਨ ਚਲਾਉਂਦਾ, ਉਹ ਸੋਚਦਾ ਮੇਰੇ ਬੱਚੇ ਜਿਹੜੇ ਨੇ, ਪੁੱਤ ਧੀਆਂ, ਉਹ ਦੁਕਾਨ ਚੰਗੀ ਕਰਨ, ਉਹ ਦੁਕਾਨ ਦਾ ਗੁਣ ਲਈ ਫਿਰਦਾ। ਕਿਸੇ ਨੂੰ ਡਰਾਈਵਰ ਬਣਾ ਦਿੱਤਾ, ਕਿਸੇ ਨੂੰ ਬਿਜ਼ਨਸਮੈਨ ਬਣਾ ਦਿੱਤਾ। ਹਰ ਬੰਦੇ ਵਿੱਚ ਗੁਣ ਹੈ, ਕਿਸੇ ਵਿੱਚ ਕੋਈ ਗੁਣ, ਕਿਸੇ ਵਿੱਚ ਕੋਈ ਗੁਣ, ਕਿਸੇ ਵਿੱਚ ਕੋਈ ਗੁਣ। ਪਰ ਰੱਬ ਦੇ ਪਿਆਰਿਆਂ ਵਿੱਚ ਰੱਬ ਦੇ ਗੁਣ ਹੈ। ਉਹ ਬਾਣੀ ਵੀ ਪੜ੍ਹਦੇ ਹੈ, ਉਹ ਕਥਾ ਵੀ ਕਰਦੇ ਹੈ, ਉਹ ਕੀਰਤਨ ਵੀ ਕਰਦੇ ਹੈ, ਵਿਚਾਰ ਵੀ ਕਰਦੇ ਹੈ, ਨਾਮ ਵੀ ਜਪਦੇ ਹੈ, ਸਿਮਰਨ ਵੀ ਕਰਦੇ ਹੈ, ਸੇਵਾ ਵੀ ਕਰਦੇ। ਅਤੇ ਜਿੱਥੇ ਉਹ ਆਪ ਕਰਦੇ ਹੈ ਉੱਥੇ ਫਿਰ ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ, ਕਰਨ ਦੀ ਜਾਚ ਦੱਸਦੇ ਵੀ ਆ ਵੀ ਭਾਈ ਤੁਸੀਂ ਬਾਣੀ ਪੜ੍ਹਿਆ ਕਰੋ, ਤੁਸੀਂ ਨਾਮ ਜਪਿਆ ਕਰੋ, ਤੁਸੀਂ ਸੇਵਾ ਕਰੋ, ਤੁਸੀਂ ਨਿਮਰਤਾ ਵਿੱਚ ਰਹੋ, ਤੁਸੀਂ ਪਿਆਰ ਵਿੱਚ ਰਹੋ, ਤੁਸੀਂ ਏਕੇ ਵਿੱਚ ਰਹੋ, ਚੜ੍ਹਦੀ ਕਲਾ ਵਿੱਚ ਰਹੋ। ਇਹ ਗੁਣ ਹੈ ਸਾਰੇ ਗੁਰੂ ਦੇ ਦਿੱਤੇ ਹੋਏ। ਪਰ ਪਾਤਸ਼ਾਹ ਜੀ ਕਹਿੰਦੇ ਹਨ, ਵਿਰਲਾ ਪਾਵੈ ਕੋਈ। ਗੁਰੂ ਦਾ ਖਜ਼ਾਨਾ ਵਰਤ ਰਿਹਾ, ਪਰ ਪਾਉਂਦਾ ਕੌਣ ਹੈ? ਵਿਰਲੇ ਵਿਰਲੇ। ਵਿਰਲੇ ਹੈ ਉਹ ਲੋਕ ਜਿਹੜੇ ਗੁਣਾਂ ਨੂੰ ਪ੍ਰਾਪਤ ਕਰ ਲੈਂਦੇ। ਵਿਰਲੇ ਹੈ ਉਹ ਲੋਕ ਜਿਹੜੇ ਗੁਣਾਂ ਨੂੰ ਪ੍ਰਾਪਤ ਕਰਕੇ ਸੇਵਾ ਕਰਦੇ ਹੈ, ਸਿਮਰਨ ਕਰਦੇ ਹੈ, ਬਾਣੀ ਸੁਣਦੇ ਹੈ। ਪਾਤਸ਼ਾਹ ਜੀ ਕਹਿੰਦੇ ਹਨ, ਵਿਰਲੇ ਹਨ ਭਾਈ। ਗੁਣ ਸੁਣ ਲੈਣਾ, ਬਾਣੀ ਸੁਣ ਲੈਣਾ, ਔਰ ਸੁਣ ਕੇ ਗੁਣ ਪ੍ਰਾਪਤ ਕਰਨੇ। ਪਾਤਸ਼ਾਹ ਜੀ ਬਾਣੀ ਵਿੱਚ ਸੁਣਨ ਦੀਆਂ ਕਈ ਸਟੇਜਾਂ ਦੱਸਦੇ ਹਨ। ਸੁਣਨ ਦੇ ਨਾਲ ਨਾਲ ਪਾਤਸ਼ਾਹ ਜੀ ਇਹ ਵੀ ਕਹਿੰਦੇ ਨੇ, ਸੁਣਿਐ ਦੁਖ ਪਾਪ ਕਾ ਨਾਸ। ਹੈ ਬੰਦੇ, ਜਦੋਂ ਤੂੰ ਬਾਣੀ ਸੁਣੇਗਾ ਨਾ, ਤੇਰੇ ਅੰਦਰ ਸੁਣਨ ਦਾ ਆਨੰਦ ਬਣੇਗਾ, ਤਾਂ ਤੇਰੇ ਦੁੱਖਾਂ ਦਾ ਨਾਸ ਹੋ ਜਾਏ, ਕਲੇਸ਼ ਕਸ਼ਟ ਕੱਟੇ ਜਾਣਗੇ। ਬੰਦਾ ਕਿੰਨਾ ਵੀ ਦੁਖੀ ਹੋਵੇ, ਕਿੰਨਾ ਵੀ ਪਰੇਸ਼ਾਨ ਹੋਵੇ, ਬਾਣੀ ਸੁਣ ਲੈ, ਉਹਨੂੰ ਸ਼ਾਂਤੀ ਆਉਂਦੀ। ਪਾਤਸ਼ਾਹ ਜੀ ਕਹਿੰਦੇ, ਪਰ ਇਹ ਵਿਰਲਾ ਪਾਵੈ ਕੋਈ।
ਵਿਰਲਾ ਹੈ ਪਿਆਰੇ, ਸਾਰੇ ਨੇ। ਦੇਖੋ ਲੱਖਾਂ ਲੋਕ ਹੈ, ਔਰ ਲੱਖਾਂ ਦੇ ਵਿੱਚੋਂ ਬਹੁਤ ਐਸੇ ਲੋਕ ਵੀ ਹੈ ਜਿਹੜੇ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਸਾਨੂੰ ਰੱਬ ਚੇਤੇ ਕਰਨਾ ਚਾਹੀਦਾ, ਸਾਨੂੰ ਵਾਹਿਗੁਰੂ ਵਾਹਿਗੁਰੂ ਕਰਨਾ ਚਾਹੀਦਾ। ਬੜਿਆਂ ਨੇ ਕਿਤਾਬਾਂ ਲਿਖੀਆਂ ਹੋਈਆਂ, ਕਿਤਾਬਾਂ ਵਿੱਚ ਲਿਖਤੀ ਰੂਪ ਵਿੱਚ ਇਹ ਲਿਖਿਆ ਹੋਇਆ ਕਿ ਕੌਣ ਹੈ ਰੱਬ, ਐਵੇਂ ਕਰੀ ਜਾਂਦੇ ਤੁਸੀਂ ਰੱਬ ਰੱਬ, ਕਿੱਥੇ ਆ ਰੱਬ? ਇੱਕ ਨਹੀਂ, ਲੱਖਾਂ ਲੋਕ, ਹਜ਼ਾਰਾਂ 'ਚ ਵੀ ਨਹੀਂ। ਹੁਣ ਜਿਹੜੇ ਬੰਦੇ ਨੇ ਇਹ ਕਿਤਾਬ ਲਿਖਤੀ ਕਿ ਦੱਸੋ ਰੱਬ ਕਿੱਥੇ ਹੈ, ਐਵੇਂ ਮਾਰੀ ਜਾਂਦੇ ਹੋ ਤੁਸੀਂ ਰੱਬ 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 ਲਾ ਰੱਖੀ। ਜਿਹੜੇ ਬੰਦੇ ਨੇ ਇਹ ਕਿਤਾਬ ਲਿਖਤੀ ਉਹ ਬੰਦਾ ਗੁਣਾਂ ਨਾਲ ਕਿਵੇਂ ਜੁੜ ਸਕਦਾ? ਉਹ ਬੰਦਾ ਕਿਵੇਂ ਮੰਨ ਸਕਦਾ ਵੀ ਰੱਬ ਹੈ, ਜਾਂ ਰੱਬ ਦਾ ਪ੍ਰਚਾਰ ਕਰ ਸਕਦਾ? ਨਹੀਂ। ਕਹਿਣ ਤੋਂ ਭਾਵ ਹੈ, ਪਾਤਸ਼ਾਹ ਜੀ ਕਹਿੰਦੇ ਵਿਰਲਾ ਹੈ, ਸੁਣਨ ਵਾਲੇ ਬੜੇ ਹੋਣਗੇ, ਪੜ੍ਹਨ ਵਾਲੇ ਬੜੇ ਹੋਣਗੇ, ਬੜੇ ਹੋਣਗੇ ਲੋਕ ਇੱਦਾਂ ਦੇ, ਪਰ ਵਿਰਲਾ ਪਾਵੈ ਕੋਈ। ਵਿਰਲੇ ਹੋਣਗੇ ਪਿਆਰੇ। ਜਿਵੇਂ ਆਪਾਂ ਗੁਰਦੁਆਰਾ ਸਾਹਿਬ ਦੇ ਵਿੱਚ ਆਏ, ਮੱਥਾ ਟੇਕਿਆ, ਬਾਣੀ ਸੁਣੀ, ਔਰ ਇਹਨੂੰ ਕਹਿੰਦੇ ਨੇ ਚੰਗੇ ਕਰਮਾਂ ਦੀ ਨਿਸ਼ਾਨੀ। ਕਿਉਂ? ਕਿਉਂਕਿ ਚੰਗੇ ਕਰਮਾਂ ਤੋਂ ਬਿਨਾਂ ਗੁਰੂ ਦੇ ਚਰਨਾਂ ਵਿੱਚ ਨਹੀਂ ਆਇਆ। ਚੰਗੇ ਕਰਮਾਂ ਤੋਂ ਬਿਨਾਂ ਗੁਰੂ ਦੇ ਚਰਨਾਂ ਵਿੱਚ ਆ ਕੇ ਸੇਵਾ ਨਹੀਂ ਕੀਤੀ ਜਾਂਦੀ, ਝਾੜੂ ਨਹੀਂ ਲਾਇਆ ਜਾਂਦਾ, ਸਫਾਈ ਨਹੀਂ ਕੀਤੀ ਜਾਂਦੀ, ਲੰਗਰਾਂ ਦੀ ਸੇਵਾ ਨਹੀਂ ਕੀਤੀ ਜਾਂਦੀ। ਸੇਵਾ, ਭਗਤ ਜੀ ਕਹਿੰਦੇ ਹਨ, ਕਬੀਰ ਸੇਵਾ ਕੋ ਦੋਏ ਭਲੇ। ਦੋ ਭਲੇ ਨੇ ਸੇਵਾ ਦੇ ਨਾਲ। ਕਿਹੜੇ? ਇੱਕ ਤਾਂ ਲੋਕ ਵਿੱਚ, ਇੱਕ ਪਰਲੋਕ ਵਿੱਚ। ਲੋਕ ਸੁਖੀਏ ਪਰਲੋਕ ਸਹੇਲੇ, ਨਾਨਕ ਹਰ ਪ੍ਰਭ ਆਪਹਿ। ਲੋਕ ਵਿੱਚ ਤੇ ਪਰਲੋਕ ਵਿੱਚ ਪਾਤਸ਼ਾਹ ਜੀ ਕਹਿੰਦੇ ਤੇਰਾ ਪਾਰ ਉਤਾਰਾ ਹੋਵੇ ਸੇਵਾ ਦੇ ਨਾਲ। ਸੇਵਾ ਬਹੁਤ ਵੱਡੀ ਤਾਕਤ ਹੈ, ਸਿਮਰਨ ਬਹੁਤ ਵੱਡੀ ਤਾਕਤ ਹੈ। ਵੱਡੇ ਵੱਡੇ ਕਰਮ, ਮਾੜੇ ਕਰਮ ਬੰਦੇ ਦੇ ਕੱਟ ਦਿੰਦੇ ਹੈ। ਕੌਣ? ਸੇਵਾ ਤੇ ਸਿਮਰਨ। ਮਾੜੇ ਕਰਮ। ਇੱਕ ਗੱਲ ਧਿਆਨ ਵਿੱਚ ਰੱਖਣਾ, ਦ੍ਰੋਪਤਾ ਨੇ, ਦੇਖੋ ਆਪਾਂ ਸਾਖੀ ਕਿੰਨੇ ਵਾਰੀ ਸੁਣੀ ਹੈ ਆਪਾਂ, ਤੁਸੀਂ ਨੇ ਜਦੋਂ ਕੋਈ ਇੱਦਾਂ ਦਾ ਭੋਗ ਪੈਂਦਾ ਸੁਣੀ ਹੈ, ਸੁਣਾਈ ਹੈ ਕਿ ਦ੍ਰੋਪਤਾ ਨੇ ਇੱਕ ਮਾੜਾ ਕਰਮ ਕੀਤਾ। ਕਿਹੜਾ? ਜਵਾਨ ਵਿੱਚ ਫਿੱਕੇ ਬੋਲ ਬੋਲਤੇ ਕਿ ਅੰਨਿਆਂ ਦੇ ਅੰਨੇ ਜੰਮੇ ਆ। ਬਸ ਇੰਨੀ ਗੱਲ ਹੀ ਸੀ। ਸੱਚਾਈ ਵੀ ਕਿਤੇ ਨਾ ਕਿਤੇ ਬੋਲੀ ਸੀ, ਸੱਚੀ ਬੋਲੀ ਸੀ ਵੀ ਕੀ ਜਿਹੜਾ ਧ੍ਰਿਤਰਾਸ਼ਟਰ ਸੀ ਉਹ ਅੰਨਾ ਸੀ, ਤੇ ਜਿਹੜੇ ਉਹਦੇ ਪੁੱਤਰ ਸੀ ਉਹ ਆਤਮਕ ਅੱਖਾਂ ਤੋਂ ਅੰਨੇ ਸਨ। ਭਾਵ ਕੋਲੇ ਕ੍ਰਿਸ਼ਨ ਜੀ ਰਹਿੰਦੇ ਸੀ, ਕ੍ਰਿਸ਼ਨ ਭਗਵਾਨ ਜੀ, ਜ਼ਿੰਦਗੀ ਟਪਾ ਲਈ ਕੋਲੇ ਕ੍ਰਿਸ਼ਨ ਭਗਵਾਨ ਦੇ ਰਹਿੰਦੇ ਆ। ਕ੍ਰਿਸ਼ਨ ਦੇ ਚਰਨਾਂ ਵਿੱਚ ਇੱਕ ਦਿਨ ਵੀ ਮੱਥਾ ਨਹੀਂ ਟੇਕਿਆ ਦੁਰਯੋਧਨ, ਸਤਿਕਾਰ ਹੀ ਨਹੀਂ ਕੀਤਾ, ਗਾਲਾਂ ਕੱਢਿਆ ਕਰੇ ਸਮਾਂ ਦੀ, ਉਲਟਾ ਮਾੜਾ ਬੋਲਿਆ। ਤਾਂ ਉਹ ਦ੍ਰੋਪਤਾ ਨੇ ਇੰਨੀ ਗੱਲ ਆਖੀ ਸੀ ਵੀ ਇਹ ਤਾਂ ਅੰਨੇ ਹੈ ਸਾਰੇ, ਇੱਕ ਵੀ ਸਜਾਖਾ ਨਹੀਂ ਹੈਗਾ। ਸੱਚਾਈ ਤਾਂ ਸੀ ਕਿਤੇ ਨਾ ਕਿਤੇ ਬੋਲਣ ਵਿੱਚ, ਪਰ ਰੁੱਖੇਪਣ ਵਿੱਚ ਬੋਲ ਦਿੱਤਾ। ਰੁੱਖੇਪਣ ਵਿੱਚ ਉਹਦਾ ਬੀਜ ਐਸਾ ਬੀਜਿਆ ਗਿਆ ਕਿ ਆਉਣ ਵਾਲੇ ਟਾਈਮ ਵਿੱਚ ਉਹਨੂੰ ਉਹਦੇ ਦੁੱਖ ਸਹਾਰਨੇ ਪਏ, ਕਿ ਸਾੜੀ ਲਹਾਉਣੀ ਪਈ। ਪਰ ਇੱਕ ਪਾਸੇ ਉਸੇ ਦ੍ਰੋਪਤਾ ਨੇ ਚੰਗਾ ਬੀਜ ਬੀਜਿਆ, ਕਿਸੇ ਸਾਧੂ ਮਹਾਤਮਾ ਨੂੰ ਆਪਣੀ ਸਾੜੀ ਦਾਨ ਕਰ ਦਿੱਤੀ। ਜਿਵੇਂ ਸਾਡੀਆਂ ਮਾਈਆਂ ਦਾ ਸੁਭਾਅ ਹੁੰਦਾ, ਔਰ ਕਿਸੇ ਸਾਧੂ ਸੰਤ ਨੂੰ ਕੱਪੜੇ ਦਿੱਤੇ। ਜਿਵੇਂ ਹੁਣ ਅੱਗੇ ਦੁਸਹਿਰੇ 'ਤੇ ਕਿੰਨੀ ਸੰਗਤ ਕੱਪੜੇ ਔਰ ਗੁਰੂ ਦੇ ਚਰਨਾਂ ਵਿੱਚ ਅਰਪਣ ਕਰਦੀ ਹੈ।
ਉਹਨੇ ਕੱਪੜਾ ਦਾਨ ਕੀਤਾ, ਸਾੜੀ ਦਾਨ ਕੀਤੀ। ਉਹ ਦਿੱਤਾ ਹੋਇਆ ਕੱਪੜਾ ਦਾਨ ਵਿੱਚ ਉਹਦੀ ਇੱਜ਼ਤ ਦਾ ਰਖਵਾਲਾ ਬਣਿਆ। ਹੈਗਾ ਤਾਂ ਦਾਨ ਹੈ ਦੋਨਾਂ ਪਾਸੇ। ਕਹਿਣ ਤੋਂ ਭਾਵ ਹੈ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਕਿ ਭਾਈ ਇਹ ਗੁਣਾਂ ਦਾ ਖਜ਼ਾਨਾ ਜਿਹੜਾ ਨਾ ਨਿਧਾਨ, ਭਗਤਨ ਕੋ ਵਰਤਨ ਵਿਰਲਾ ਪਾਵੈ ਕੋ। ਗੁਣਾਂ ਦਾ ਖਜ਼ਾਨਾ ਤਾਂ ਹੈ, ਪਰ ਇਹਨੂੰ ਵਿਰਲੇ ਵਿਰਲੇ ਪ੍ਰਾਪਤ ਕਰਦੇ ਆ, ਸਾਰੇ ਨਹੀਂ। ਸਾਰਿਆਂ ਦੇ ਕਰਮਾਂ ਵਿੱਚ ਕਈ ਵਾਰੀ ਹੁੰਦੇ ਹੀ ਨਹੀਂ ਇੱਕ ਚੀਜ਼, ਇੱਕ ਵਸਤੂ। ਪਾਤਸ਼ਾਹ ਜੀ ਕਹਿੰਦੇ ਹਨ, ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ। ਉਹ ਮੇਰੇ ਮਨਾ ਜਿਹੜੇ ਮਾਲਕ ਵਿੱਚ, ਵਾਹਿਗੁਰੂ ਵਿੱਚ ਇੰਨੇ ਗੁਣ ਹੈ। ਜੀਭਾ ਏਕ ਅਨੇਕ ਗੁਣ ਤੇਰੇ। ਪਾਤਸ਼ਾਹ ਜੀ ਕਹਿੰਦੇ ਇੱਕ ਜੀਭਾ ਦੇ ਨਾਲ ਉਹਦੇ ਗੁਣ ਨਹੀਂ ਗਾਏ ਜਾਂਦੇ। ਇੱਕ ਦੂ ਜੀਭੋ ਲੱਖ ਹੋਏ, ਲੱਖ ਹੋ ਵਹਿ ਲੱਖ ਵੀਸ। ਲੱਖ ਲੱਖ ਗੇੜਾ ਆਖੀਐ ਹੈ, ਏਕ ਨਾਮ ਜਗਦੀਸ਼। ਸੰਤਾਂ ਭਗਤਾਂ ਉਹਦੇ ਪਿਆਰਿਆਂ ਨੇ ਪਰਮਾਤਮਾ ਤੋਂ ਲੱਖਾਂ ਜੀਭਾਂ ਮੰਗੀਆਂ, ਮਾਲਕ ਇੱਕ ਜੀਭ ਦੇ ਨਾਲ ਤੇਰੇ ਗੁਣ ਨਹੀਂ ਗਾਏ ਜਾਂਦੇ। ਲੱਖਾਂ ਜੀਭਾਂ ਦੇ ਦੇ, ਤੇਰਾ ਨਾਮ ਜਪੀਏ। ਲੱਖਾਂ ਜੀਭਾਂ। ਕਹਿਣ ਤੋਂ ਭਾਵ ਹੈ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਮੇਰੇ ਮਨਾ ਜਪ ਗੁਰ ਗੋਪਾਲ ਪ੍ਰਭ ਸੋਈ। ਜਿਹਦੇ ਵਿੱਚ ਇੰਨੇ ਗੁਣ ਨੇ, ਅਵਨਾਸੀ ਨਾਸ ਤੋਂ ਰਹਿਤ ਹੈ, ਔਰ ਆਪਣੇ ਤਿੰਨਾਂ ਲੋਕਾਂ ਦੀ ਉਹ ਪਾਲਣਾ ਕਰਦਾ, ਪੋਸ਼ਣਾ ਕਰਦਾ। ਉਹਨੇ ਸਾਨੂੰ ਤੁਰਨ ਫਿਰਨ ਵਾਸਤੇ ਆਕਾਸ਼ ਖੁੱਲ੍ਹਾ ਛੱਡਿਆ ਹੋਇਆ ਹੈ। ਤੁਰਨ ਵਾਸਤੇ, ਰਹਿਣ ਵਾਸਤੇ, ਮਕਾਨ ਪਾਉਣ ਵਾਸਤੇ ਧਰਤੀ ਦਿੱਤੀ ਹੋਈ ਹੈ। ਸਵਾਸ ਲੈਣ ਵਾਸਤੇ ਪਵਨ ਦਿੱਤੀ ਹੋਈ ਹੈ। ਪਵਨ ਨੂੰ ਸ਼ੁੱਧ ਕਰਨ ਵਾਸਤੇ ਦਰਖਤ ਦਿੱਤੇ ਹੋਏ ਹੈ। ਦਰਖਤ, ਜੇ ਕਿਤੇ ਇਕੱਲੀ ਪਵਨ ਹੋਵੇ, ਦਰਖਤ ਨਾ ਹੋਣ, ਤਾਂ ਵੀ ਸਾਡਾ ਜਿਉਣਾ ਹਰਾਮ ਹੋ ਜਾਏ। ਅਸੀਂ ਜਿਉ ਨਹੀਂ ਸਕਦੇ। ਕਿਉਂਕਿ ਪਿਆਰਿਓ, ਜਿਹੜੇ ਆ ਦਰਖਤ ਹੈ ਨਾ, ਪਰਮਾਤਮਾ ਨੇ ਸਾਨੂੰ ਐਵੇਂ ਨਹੀਂ ਦਿੱਤੇ, ਇਕੱਲੀ ਲੱਕੜ ਮਚਾਉਣ ਵਾਸਤੇ ਨਹੀਂ। ਇਹ ਦਰਖਤ ਸਾਨੂੰ ਸਵਾਸ ਵੀ ਦੇ ਰਹੇ ਹੈ। ਮਾੜੀ ਪਾਵਨ ਸਾਡੇ ਵਿੱਚੋਂ ਨਿਕਲੀ ਹੋਈ ਬਦਬੂਦਾਰ, ਉਹਨੂੰ ਇਹ ਹਜ਼ਮ ਕਰਦੇ ਹੈ ਅਤੇ ਆਪਣੇ ਵੱਲੋਂ ਚੰਗੀ ਪਾਵਨ ਬਣਾ ਕੇ ਛੱਡ ਰਹੇ, ਸ਼ੁੱਧ ਕਰ ਰਹੇ ਵਾਤਾਵਰਨ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਮੇਰੇ ਮਨਾ ਜਿਹਦੇ ਵਿੱਚ ਅਨੇਕਾਂ ਗੁਣ ਨੇ, ਅਨੇਕਾਂ ਗੁਣ ਅਕਾਲ ਪੁਰਖ ਵਾਹਿਗੁਰੂ ਵਿੱਚ ਹਨ, ਐਸੇ ਮਾਲਕ ਦਾ, ਵਾਹਿਗੁਰੂ ਦਾ ਤੂੰ ਨਾਮ ਜਪ ਲੈ। ਗੁਰ ਗੋਪਾਲ ਪ੍ਰਭ ਸੋਈ। ਉਹ ਗੁਰੂ ਦੇ, ਗੋਪਾਲ ਕਹੀਏ, ਪਾਲਣਾ ਕਰਨ ਵਾਲੇ ਮਾਲਕ ਦੇ ਨਾਮ ਨੂੰ ਜਪ। ਜਾ ਕੀ ਸਰਣ ਪਿਆ ਸੁਖ ਪਾਈਐ, ਬਾਹੁੜ ਦੁਖ ਨਾ ਹੋਈ। ਜਾ ਕੀ ਸ਼ਰਨ ਪਿਆ, ਜਿਹਦੀ ਸ਼ਰਨ ਪੈਣ ਕਰਕੇ ਸੁਖ ਮਿਲੇ। ਹੁਣ ਇੱਕ ਗੱਲ ਧਿਆਨ ਵਿੱਚ ਰੱਖਿਓ, ਗੁਰੂ ਦੀ ਸ਼ਰਨ ਪੈਣ ਨਾਲ ਸੁਖ ਮਿਲਦੇ ਆ ਸਾਨੂੰ। ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਫਿਰ ਬਾਹੁੜ ਦੁਖ ਨਾ ਹੋਈ। ਕਦੇ ਵੀ ਤੈਨੂੰ ਗੁਰੂ ਦੀ ਸ਼ਰਨ ਪੈ ਕੇ ਦੁੱਖ ਨਹੀਂ ਮਿਲੇਗਾ। ਤੈਨੂੰ ਆਨੰਦ ਮਿਲੇਗਾ, ਤੈਨੂੰ ਸੁੱਖ ਮਿਲੇਗਾ। ਤੇਰੇ 'ਤੇ ਸੁੱਖਾਂ ਦੀ ਵਰਖਾ ਹੋ ਜਾਣੀ ਹੈ ਮਾਲਕ ਦੀ ਕਿਰਪਾ ਨਾਲ। ਪਰ ਧਿਆਨ ਦੇਣਾ, ਤੂੰ ਆਤਮਕ ਤਲ ਕਰਕੇ ਜੁੜ ਜਾ। ਆਤਮਕ ਤਲ ਕਰਕੇ ਤੂੰ ਬਿਰਤੀ ਨੂੰ ਜੋੜ ਲੈ। ਜਦੋਂ ਅਸੀਂ ਜੋੜ ਲਿਆ ਬਿਰਤੀ ਨੂੰ ਨਾਮ ਦੇ ਨਾਲ, ਸਿਮਰਨ ਦੇ ਨਾਲ, ਗੁਰੂ ਦੀ ਸ਼ਰਨ ਵਿੱਚ ਆਉਣ ਲੱਗ ਗਏ, ਗੁਰੂ ਦੀ ਬਾਣੀ ਪੜ੍ਹਨ ਲੱਗ ਗਏ, ਗੁਰੂ ਦੀ ਬਾਣੀ ਸੁਣਨ ਲੱਗ ਗਏ, ਗੁਰੂ ਦੀ ਬਾਣੀ ਦਾ ਪਾਠ ਸੁਣ ਲਿਆ, ਵਿਚਾਰਾਂ ਸੁਣ ਲਈਆਂ,
ਸਿਮਰਨ ਕਰ ਲਿਆ, ਸੇਵਾ ਕਰ ਲਈ। ਪਾਤਸ਼ਾਹ ਜੀ ਕਹਿੰਦੇ ਬਾਹੁੜ ਦੁੱਖ ਨਾ ਹੋਈ, ਤੈਨੂੰ ਇਹ ਜਨਮਾਂ ਜਨਮਾਂਤਰਾਂ ਦਾ ਦੁੱਖ ਨਹੀਂ ਮਿਲੇਗਾ। ਤੈਨੂੰ ਤੇਰੇ ਕਰਮਾਂ ਦਾ ਦੁੱਖ ਨਹੀਂ ਮਿਲੇਗਾ, ਤੇਰੇ ਮਾੜੇ ਕਰਮ ਕੱਟੇ ਜਾਣਗੇ, ਤੇਰੇ ਕਸ਼ਟ ਵਾਲੇ ਕਰਮ ਕੱਟੇ ਜਾਣਗੇ, ਤੇਰੇ ਤੇ ਵਾਹਿਗੁਰੂ ਦੀ ਕਿਰਪਾ ਹੋ ਜਾਣੀ ਹੈ। ਅਗਲੀਆਂ ਪੰਕਤੀਆਂ ਵਿੱਚ ਸਤਿਗੁਰੂ ਪਾਤਸ਼ਾਹ ਜੀ ਸਮਝਾਉਂਦੇ ਹਨ। ਰਹਾਉ ਬੜ ਭਾਗੀ ਸਾਧ ਸੰਗ ਪ੍ਰਾਪਤ, ਤਿਨ ਭੇਟਤ ਦੁਰਮਤ ਖੋਈ। ਭਾਈ ਉਹਨਾਂ ਵੱਡੇ ਭਾਗ ਹਨ ਉਹਨਾਂ ਗੁਰਸਿੱਖ ਸੰਗਤਾਂ ਦੇ। ਕਿਹਨਾਂ ਦੇ? ਜਿਨ੍ਹਾਂ ਨੂੰ ਗੁਰੂ ਦੀ ਸੰਗਤ ਪ੍ਰਾਪਤ ਹੋ। ਵੱਡ ਭਾਗੀ ਸਾਧ ਸੰਗ ਪ੍ਰਾਪਤ, ਜਿਨ੍ਹਾਂ ਨੂੰ ਸਾਧੂ ਦਾ ਸੰਗ ਪ੍ਰਾਪਤ ਹੋ ਗਿਆ, ਜਿਨ੍ਹਾਂ ਨੂੰ ਗੁਰੂ ਦੀ ਸੰਗ ਪ੍ਰਾਪਤ, ਗੁਰੂ ਦਾ ਸੰਗ ਪ੍ਰਾਪਤ ਹੋ ਗਿਆ। ਤਿਨ ਭੇਟਤ ਦੁਰਮਤ ਖੋਈ, ਉਹਨਾਂ ਦੀ ਖੋਟੀ ਮੱਤ ਹੈ ਨਾ ਜਿਹੜੀ, ਪਾਪ ਕਰਮਾਂ ਵਾਲੀ, ਮਾੜੇ ਕਰਮਾਂ ਵਾਲੀ, ਨਿੰਦਿਆ ਵਾਲੀ, ਈਰਖਾ ਵਾਲੀ, ਰਵਾਇਤ ਵਾਲੀ, ਨਿੰਦਾ ਵਾਲੀ, ਪਾਤਸ਼ਾਹ ਜੀ ਕਹਿੰਦੇ ਉਹ ਖੋਟੀ ਮੱਤ ਸਾਡੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਖਤਮ ਕਰ ਦਿੰਦੇ, ਮੇਟ ਦਿੰਦੇ ਆ। ਦੁਰਮਤ ਖੋਈ, ਖੋਈ ਤੋਂ ਭਾਵ ਖਤਮ ਕਰਨੀ। ਆਪਾਂ ਨਿਤ ਬਾਣੀ ਸੁਣਦੇ ਹਾਂ ਪਿਆਰੀ ਸਾਧ ਸੰਗਤ। ਨਿਤ ਬਾਣੀ ਸੁਣਨ ਦਾ ਭਾਵ ਕੀ ਹੈ ਕਿ ਸਾਡੇ ਅੰਦਰੋਂ ਇਹ ਇੱਕ ਗੁਰੂ ਦਾ ਹਾਵ ਭਾਵ ਸਾਡੇ ਅੰਦਰ ਬਣਿਆ ਰਵੇ, ਮਾੜੀ ਮੱਤ, ਖੋਟੀ ਮੱਤ ਉਹ ਖਤਮ ਰਵੇ। ਜਿਵੇਂ ਇੱਕ ਟੀਚਰ ਕੋਲੇ ਇੱਕ ਬੱਚਾ ਨਿਤ ਜਾਂਦਾ ਨਾ ਪੜ੍ਹਨ ਵਾਸਤੇ, ਸਾਲ ਵਿੱਚ ਇੱਕ ਦਿਨ ਥੋੜ੍ਹਾ ਜਾਂਦਾ, ਨਿਤ ਜਾਂਦਾ। ਜਦੋਂ ਉੱਥੇ ਜਾਂਦਾ ਹੈ ਤਾਂ ਟੀਚਰ ਸਾਹਿਬਾਨ ਉਹਨੂੰ ਪੜ੍ਹਾਉਂਦੇ ਤੇ ਪੜ੍ਹਾ ਕੇ ਉਹਨੂੰ ਮੁਲਾਜ਼ਮ ਬਣਾ ਦਿੰਦੇ ਆ, ਇੱਕ ਵਧੀਆ ਜੀਵਨ ਬਣਾ ਦਿੰਦੇ ਆ ਦੁਨੀਆ ਦੇ ਵਿੱਚ, ਉਹਨੂੰ ਸਤਿਕਾਰਯੋਗ ਹਸਤੀ ਬਣਾ ਦਿੰਦੇ। ਇਸੇ ਤਰ੍ਹਾਂ ਸਾਡੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਸੀਂ ਨਿਤ ਇਸ ਕਰਕੇ ਆਉਂਦੇ ਹਾਂ ਕਿ ਸੁਬਾਹ ਤੋਂ ਲੈ ਕੇ ਸ਼ਾਮ ਤੱਕ ਸਾਡਾ ਸਮਾਂ, ਟਾਈਮ, ਸਾਡੀ ਆਤਮਾ ਆਨੰਦ ਨਾਲ ਰਵੇ, ਈਰਖਾ ਵਿੱਚ ਨਾ ਰਵੇ, ਲੜਾਈ ਵਿੱਚ ਝਗੜੇ ਵਿੱਚ ਨਾ ਰਵੇ, ਮਾੜੀ ਭਾਵਨਾ ਨਾ ਰਵੇ, ਖਤਮ ਹੋ ਜਾਵੇ ਸੁਬਾਹ ਤੋਂ ਲੈ ਕੇ ਸ਼ਾਮ ਤੱਕ। ਤੇ ਸ਼ਾਮ ਨੂੰ ਦਾਸ ਨੇ ਬੇਨਤੀ ਕੀਤੀ ਸੀ ਪਹਿਲਾਂ ਵੀ ਕਿ ਜਿਨ੍ਹਾਂ ਸੰਗਤਾਂ ਕੋਲੇ ਟਾਈਮ ਹੁੰਦਾ ਜਾਂ ਜਿਨ੍ਹਾਂ ਸੰਗਤਾਂ ਨੂੰ ਔਰ ਸਮਾਂ ਵਾਧੂ ਹੈ, ਟਾਈਮ ਹੈਗਾ, ਉਹ ਸੁਬਾਹ ਵੀ ਆਉਂਦੇ ਆ ਤੇ ਸ਼ਾਮ ਨੂੰ ਵੀ ਆਉਂਦੇ ਆ। ਸੁਬਾਹ ਤਾਂ ਕਰਕੇ ਆਉਂਦੇ ਆ ਕਿ ਗੁਰੂ ਦੇ ਚਰਨਾਂ ਵਿੱਚ ਅਰਦਾਸ ਹੁੰਦੀ ਹੈ, ਬਾਣੀ ਸੁਣੀ ਜਾਂਦੀ ਹੈ ਕਿ ਐ ਮਾਲਕ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਡਾ ਸਮਾਂ ਵਧੀਆ ਲੰਘੇ, ਮਾੜੇ ਬੰਦੇ ਦਾ ਸੰਗ ਨਾ ਹੋਵੇ, ਨਿੰਦਿਆ ਈਰਖਾ ਵਾਲੇ ਦਾ ਸੰਗ ਨਾ ਹੋਵੇ, ਲੜਾਈ ਝਗੜੇ 'ਚ ਨਾ ਫਸੀਏ, ਦੁੱਖਾਂ ਵਿੱਚ ਨਾ ਫਸੀਏ, ਸਾਡਾ ਦਿਨ ਆਨੰਦ ਨਾਲ ਬਤੀਤ ਹੋਵੇ। ਇਹੀ ਭਾਵ ਹੈ ਨਾ ਗੁਰੂ ਦੇ ਚਰਨਾਂ ਵਿੱਚ ਆਉਣ ਦਾ। ਹੋਰ ਕੋਈ ਆਪਾਂ ਫਾਰਮੈਂਟਰੀ ਥੋੜ੍ਹਾ ਪੂਰੀ ਕਰਨੀ ਹੈ ਵੀ ਚਲੋ ਬਾਗੇ ਠੀਕ ਹੈ ਜੀ, ਨਹੀਂ। ਸ਼ਾਮ ਨੂੰ ਆਉਣ ਦਾ ਭਾਵ ਕੀ ਹੈ? ਗੁਰੂ ਦੇ ਚਰਨਾਂ ਵਿੱਚ ਨਿਤਨੇਮ ਹੁੰਦਾ ਹੈ, ਰਹਿਰਾਸ ਸਾਹਿਬ ਦਾ ਪਾਠ ਹੁੰਦਾ ਹੈ, ਅਰਦਾਸ ਹੁੰਦੀ ਹੈ, ਹੁਕਮਨਾਮੇ ਹੁੰਦੇ ਹੈ, ਹੁਕਮਨਾਮਿਆਂ ਤੋਂ ਬਾਅਦ ਕੀਰਤਨ ਸੋਹਿਲਾ ਦਾ ਪਾਠ ਹੁੰਦਾ ਹੈ। ਪਾਤਸ਼ਾਹ ਜੀ ਨੇ ਬੜੀ ਲੰਬੀ ਸੋਚ ਰੱਖੀ ਹੈ ਇਸ ਗੱਲ ਪਿੱਛੇ। ਸ਼ਾਮ ਨੂੰ ਆਉਣਾ ਜਾਂ ਨਹੀਂ ਵੀ ਆਇਆ ਜਾਂਦਾ ਤਾਂ ਉਹੀ ਕਿਰਿਆ ਕਰਮ ਆਪਣੇ ਘਰੇ ਕਰਨਾ ਜਿਹੜਾ ਅਸੀਂ ਗੁਰੂ ਘਰ ਵਿੱਚ ਆ ਕੇ ਕਰ ਰਹੇ। ਭਾਵ ਸ਼ਾਮ ਨੂੰ ਨਿਤਨੇਮ ਕੀਤਾ, ਨਿਤਨੇਮ ਤੋਂ ਉਪਰੰਤ ਕੀ ਹੁੰਦਾ ਹੈ? ਫਿਰ ਗੁਰੂ ਦਾ ਹੁਕਮਨਾਮਾ ਸੁਣਿਆ। ਟੀਵੀ ਵਿੱਚ ਵੀ ਹੁੰਦੇ ਆ ਹੁਣ ਤਾਂ, ਉਹਨਾਂ ਮੋਬਾਈਲਾਂ 'ਤੇ ਹਰ ਇੱਕ ਦੇ ਹੁਕਮਨਾਮੇ ਪਏ, ਹੁਕਮਨਾਮਾ ਸੁਣ ਲੈਤਾ। ਪੈਣ ਲੱਗੇ ਅਸੀਂ ਕੀਰਤਨ ਸੋਹਿਲੇ ਦਾ ਪਾਠ ਕੀਤਾ, ਪਾਠ ਕਰਨ ਤੋਂ ਬਾਅਦ ਅਸੀਂ ਸੌਂ ਗਏ।
ਇਹਦੇ ਪਿੱਛੇ ਇੱਕ ਰਾਜ ਹੈ, ਸ਼ਾਮ ਦਾ ਆਉਣਾ ਜਿਹੜਾ। ਜਾਂ ਸ਼ਾਮ ਨੂੰ ਘਰੇ ਨਿਤਨੇਮ ਕਰਕੇ ਅਰਦਾਸ ਕਰਕੇ, ਤੇ ਕਿਉਂਕਿ ਜਿਨ੍ਹਾਂ ਨੂੰ ਪਤਾ ਹੈ ਉਹ ਭਾਵੇਂ ਗੁਰੂ ਘਰ ਵਿੱਚ ਨਾ ਆਉਣ ਸ਼ਾਮ ਨੂੰ, ਪਰ ਉਹ ਘਰੇ ਨਿਤਨੇਮ ਕਰਦੇ ਜ਼ਰੂਰ ਹੈ, ਪਾਠ ਕਰਦੇ ਆ, ਘਰੇ ਰਹਿਰਾਸ ਸਾਹਿਬ ਦਾ ਪਾਠ ਕਰਦੇ ਆ, ਅਰਦਾਸ ਕਰਦੇ ਆ। ਹੁਕਮਨਾਮਾ ਸਪੀਕਰ ਵਿੱਚ ਸ਼ਾਮ ਵਾਲਾ ਘਰੇ ਆਪੋ ਆਪਣੇ ਘਰਾਂ ਵਿੱਚ ਸੁਣ ਲੈਂਦੇ ਤੇ ਪੈਣ ਲੱਗੇ ਕੀਰਤਨ ਸੋਹਿਲੇ ਦਾ ਪਾਠ ਕਰਦੇ। ਇਹਦਾ ਇੱਕ ਭਾਵ ਹੈ ਕਿ ਐ ਬੰਦੇ, ਜੇ ਤੇਰੇ ਸੁੱਤੇ ਪਏ ਦੇ ਸਵਾਸ ਵੀ ਨਿਕਲ ਗਏ ਨਾ, ਤੈਨੂੰ ਜਾਗਣ ਦਾ ਟਾਈਮ ਹੀ ਨਹੀਂ ਦਿੱਤਾ ਮਾਲਕ ਨੇ। ਕਿਉਂਕਿ ਹਰ ਬੰਦਾ ਇਹ ਸੋਚਦਾ ਹੈ ਕਿ ਮੈਂ ਸਵੇਰੇ ਉੱਠੂੰਗਾ, ਕੰਮ 'ਤੇ ਜਾਊਂਗਾ, ਬੱਚਿਆਂ ਜੋਗਰਾ ਕਮਾ ਕੇ ਲਿਆਊਂਗਾ। ਹਰ ਬੰਦਾ ਸੋਚ ਕੇ ਪੈਂਦਾ ਨਾ ਕੰਮ, ਪਰ ਗੁਰੂ ਸੋਚਦਾ ਕਿ ਇਹ ਬੰਦੇ, ਹੋ ਸਕਦਾ ਹੈ ਤੈਨੂੰ ਸਵੇਰ ਦਾ ਉੱਠਣ ਦਾ ਟਾਈਮ ਹੀ ਨਾ ਦੇਵੇ ਰੱਬ। ਜੇ ਤੈਥੋਂ ਨਾ ਵੀ ਉੱਠਿਆ ਗਿਆ, ਸੁੱਤੇ ਪਏ ਦੇ ਸਵਾਸ ਨਿਕਲ ਗਏ, ਤਾਂ ਮੇਰੀ ਗਰੰਟੀ ਹੈ, ਗੁਰੂ ਗਰੰਟੀ ਲੈਂਦਾ ਸਾਡੀ, ਫਿਰ ਕੀ, ਜੇ ਤੂੰ ਬਾਣੀ ਪੜ੍ਹ ਕੇ ਪਿਆ ਹੋਇਆ, ਬਾਣੀ ਸੁਣ ਕੇ ਪਿਆ ਹੋਇਆ, ਤਾਂ ਤੈਨੂੰ ਜਮਾਂ ਦੇ ਸਾਹਮਣੇ ਨਹੀਂ ਹੋਣਾ ਪਵੇਗਾ, ਤੈਨੂੰ ਜਮਾਂ ਦੇ ਲੜ ਨਹੀਂ ਲੱਗਣਾ ਪਵੇਗਾ। ਜੇ ਤੇਰੀ ਸੁੱਤੇ ਪਏ ਦੀ ਜਾਨ ਨਿਕਲ ਗਈ ਨਾ, ਮੇਰੀ ਗਰੰਟੀ ਹੈ, ਸਾਡਾ ਗੁਰੂ ਕਹਿੰਦਾ ਹੈ ਕਿ ਤੈਨੂੰ ਜਨਮਾਂ ਜਨਮਾਂਤਰਾਂ ਦੇ ਵਿੱਚ ਕਾਂ ਕੁੱਤੇ ਬਣ ਕੇ, ਪਸ਼ੂ ਬਣ ਕੇ ਨਹੀਂ ਭਟਕਣਾ ਪਵੇਗਾ। ਕਿੱਡੀ ਵੱਡੀ ਗਰੰਟੀ ਹੈ ਪਿਆਰ। ਇਸ ਕਰਕੇ ਸਵੇਰ ਦਾ ਟਾਈਮ ਸ਼ਾਮ ਤੱਕ ਸਾਡਾ ਵਾਹਿਗੁਰੂ ਵਧੀਆ ਨਿਕਲੇ, ਲੜੀਏ ਨਾ, ਬਿਮਾਰ ਨਾ ਹੋਈਏ, ਝਗੜਾ ਨਾ ਹੋਵੇ, ਸਾਡਾ ਸ਼ਾਂਤੀ ਨਾਲ ਟਾਈਮ ਨਿਕਲੇ ਸਵੇਰ ਤੋਂ ਲੈ ਕੇ ਸ਼ਾਮ ਤੱਕ। ਤੇ ਪਿਆਰਿਓ, ਸਾਡੀਆਂ ਭੈਣਾਂ ਨੇ ਤਾਂ ਨਾ ਵੀਰ ਮੰਨੂ ਦੀ ਜੇਲ੍ਹ ਵਿੱਚ, ਜਦੋਂ ਉਹਨਾਂ ਦੇ ਉਹ ਟੁਕੜੇ ਬਣਾ ਕੇ, ਬੱਚਿਆਂ ਦੇ ਟੋਟੇ ਬਣਾ ਕੇ, ਕੱਟ ਕੇ ਲੱਤਾਂ ਤੋਂ ਲੈ ਕੇ ਸਿਰ ਤੱਕ ਟੁਕੜੇ ਕਰ ਦੇਣੇ ਬੱਚੇ ਦੇ। ਪਹਿਲਾਂ ਬੱਚਾ ਤਾਹਾਂ ਵਗਾਉਣਾ, ਤਾਹਾਂ ਵਗਾ ਕੇ ਥੱਲੇ ਉਹਦੇ ਵਰਛਾ ਕਰ ਦੇਣਾ, ਪਹਿਲਾਂ ਉਹਦਾ ਕਾਲਜਾ ਵਿੰਨ ਦੇਣਾ, ਫਿਰ ਉਹਨੂੰ ਲਾਹ ਕੇ ਥੱਲੇ ਮਾਂ ਦੇ ਸਾਹਮਣੇ ਬੱਚਾ ਪਾ ਕੇ ਉਹਨੂੰ ਟੋਕੇ ਨਾਲ ਕੱਟ ਦੇਣਾ। ਟੋਕੇ ਨਾਲ ਕੱਟ ਕੇ ਫਿਰ ਕੀ ਹੁੰਦਾ, ਕਹਿੰਦੇ ਫਿਰ ਉਹਦਾ ਹਾਰ ਬਣਾ ਕੇ ਮਾਂ ਦੇ ਗਲ ਵਿੱਚ ਪਾ ਦੇਣਾ। ਇਹ ਗੱਲ ਸੁਣਨੀ ਬੜੀ ਸੌਖੀ ਹੈ ਪਿਆਰ, ਕਰਨੀ ਬੜੀ ਸੌਖੀ ਹੈ, ਪਰ ਇਹ ਅਵਸਥਾ ਦੇ ਵਿੱਚ ਜਦੋਂ ਕਿਤੇ ਜਾਣਾ ਪਵੇ ਨਾ ਬੰਦੇ ਨੂੰ, ਬੰਦਾ ਧਾਹਾਂ ਮਾਰ ਕੇ ਰੋਣ ਲੱਗ ਜਾਂਦਾ। ਗੱਲ ਕਰਨੀ ਤੇ ਸੁਣਨੀ ਬੜੀ ਸੌਖੀ ਹੁੰਦੀ, ਪਰ ਜਦੋਂ ਉਹ ਅਵਸਥਾ ਦੇ ਵਿੱਚ ਜਾਂਦਾ ਬੰਦੇ ਨੂੰ, ਉਦੋਂ ਗਿਆਨ ਹੁੰਦਾ ਵੀ ਹੈ ਐਂ ਹੁੰਦਾ, ਐਡਾ ਦੁੱਖ ਹੁੰਦਾ। ਕਹਿਣ ਤੋਂ ਭਾਵ ਹੈ, ਪਰ ਪਿਆਰਿਓ, ਸਾਡੀਆਂ ਮਾਵਾਂ ਨੇ ਅਰਦਾਸ ਕੀ ਕੀਤੀ, ਸਾਡੀਆਂ ਭੈਣਾਂ ਨੇ ਅਰਦਾਸ ਕੀ ਕੀਤੀ, ਆਏ ਮੇਰੇ ਮਾਲਕ ਸਤਿਗੁਰੂ ਸੱਚੇ ਪਾਤਸ਼ਾਹ, ਦਿਨ ਸੁੱਖਾਂ ਦਾ ਬਤੀਤ ਹੋਇਆ ਹੈ, ਰਾਤ ਸੁੱਖਾਂ ਦੀ ਬਤੀਤ ਕਰਾਈ, ਰਾਤ ਸੁੱਖਾਂ ਨਾਲ ਲੰਘੀ ਹੈ, ਦਿਨ ਸੁੱਖਾਂ ਦਾ ਬਤੀਤ ਕਰਾਈ। ਇਹ ਸੀ ਸਾਡੀਆਂ ਸੰਗਤਾਂ ਦੀ, ਸਾਡੀਆਂ ਮਾਵਾਂ ਦੀ, ਸਾਡੀਆਂ ਧੀਆਂ ਦੀ ਕਮਾਈ, ਸਾਡੀਆਂ ਭੈਣਾਂ ਦੀ ਕਮਾਈ, ਸਾਡੇ ਬੰਦਿਆਂ ਦੀ ਕਮਾਈ, ਸਾਡੇ ਸਿੰਘਾਂ ਦੀ ਕਮਾਈ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਤੂੰ ਸੁਬਾਹ ਸ਼ਾਮ ਗੁਰੂ ਗੁਰੂ ਕਰਿਆ ਕਰ, ਗੁਰੂ ਗੁਰੂ ਜਪਿਆ ਕਰ। ਤੇ ਫਿਰ ਕੀ ਹੁੰਦਾ, ਜਦੋਂ ਤੂੰ ਗੁਰੂ ਗੁਰੂ ਜਪੇਗਾ, ਗੁਰੂ ਦੇ ਲੜ ਲੱਗੇਗਾ, ਪਾਤਸ਼ਾਹ ਜੀ ਕਹਿੰਦੇ, ਆਪਣੇ ਦਾਸ ਕੀ ਆਪ ਪੈਜ ਰਾਖੀ, ਨਾਨਕ ਸਦ ਕੁਰਬਾਨ। ਆਪਣੇ ਦਾਸ ਦੀ ਉਹ ਗੁਰੂ ਆਪ ਪੈਜ ਰੱਖਦਾ ਹੈ, ਹਰ ਜੁਗ ਜੁਗ ਭਗਤੋ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜ। ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ, ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ, ਜਨ ਨਾਨਕ ਐਸਾ ਹਰ ਸੇਵਿਆ, ਅੰਤ ਲੈ ਸਦਾ। ਆਪਣੇ ਪਿਆਰਿਆਂ ਦੀ, ਆਪਣੇ ਭਗਤਾਂ ਦੀ, ਆਪਣੀਆਂ ਸੰਗਤਾਂ ਦੀ ਉਹ ਮਾਲਕ ਪੈਜ ਰੱਖਦਾ ਹੈ। ਤੁਸੀਂ ਗੁਰੂ ਲਵੇ ਆਏ ਹੋ, ਪਤਾ ਨਹੀਂ ਕਿਹੜੇ ਕਰਮ ਸਾਡੇ ਕੱਟੇ ਜਾਣ, ਸਾਡੀ ਪੈਜ ਰੱਖੀ ਜਾਊਗੀ ਮਾਲਕ ਵੱਲੋਂ, ਕਿ ਮੇਰਾ ਸਿੱਖ ਮੇਰੇ ਕੋਲੇ ਮੱਥਾ ਟੇਕ ਕੇ ਗਿਆ, ਬਾਣੀ ਪੜ੍ਹ ਕੇ ਗਿਆ, ਬਾਣੀ ਸੁਣ ਕੇ ਗਿਆ, ਮੇਰੇ ਦਰ 'ਤੇ, ਉਹ ਗੁਰੂ ਦੇ ਦਰ 'ਤੇ ਜਿਹੜਾ ਕੋਈ
ਸੇਵਾ ਕਰਦਾ, ਫਿਰ ਉਹਦੀ ਪੈਜ ਰੱਖਦਾ ਮਾਲਕ ਵਾਹਿਗੁਰੂ। ਆਪਣੇ ਦਾਸ ਕੀ ਆਪ ਪੈਜ ਰਾਖੀ, ਨਾਨਕ ਸਦ ਕੁਰਬਾਨ। ਗੁਰੂ ਪਾਤਸ਼ਾਹ ਜੀ ਕਹਿੰਦੇ ਐ ਮਾਲਕ ਤੇਰੇ ਤੇ ਕੁਰਬਾਨ ਜਾਂਦੇ ਆ, ਤੇਰੇ ਤੇ ਬਲਿਹਾਰ ਜਾਂਦੇ ਆ। ਕਿਉਂ? ਕਿਉਂਕਿ ਆਪਣੀਆਂ ਸੰਗਤਾਂ ਦੀ, ਆਪਣੇ ਗੁਰਸਿੱਖਾਂ ਦੀ ਐ ਮਾਲਕ ਤੂੰ ਪੈਜ ਰੱਖਦਾ, ਪੈਜ ਰੱਖਦਾ ਉਹ ਹੈ। ਆਓ ਪਿਆਰੇ, ਭੁੱਲਾਂ ਦੀ ਖਿਮਾ, ਬਾਣੀ ਪੜ੍ਹਦੇ ਹਾਂ, ਬਾਣੀ ਸੁਣਦੇ ਹਾਂ, ਇੱਕ ਨਹੀਂ ਨੇਕਾਂ ਗਲਤੀਆਂ ਰਹਿ ਜਾਂਦੀਆਂ ਹਨ। ਅਣਜਾਣ ਬੱਚੇ ਜਾਣ ਕੇ ਮਾਫ਼ ਕਰਨਾ, ਭੁੱਲਾਂ ਦੀ ਖਿਮਾ ਕਰਨੀ। ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਿਆ ਕਰੋ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ, ਸਾਰਿਆਂ ਦਾ ਭਲਾ ਹੋਵੇ, ਸਾਰਿਆਂ ਦੇ ਸਿਰ 'ਤੇ ਮਾਲਕ ਹੱਥ ਰੱਖੇ, ਦੁੱਖਾਂ ਕਲੇਸ਼ਾਂ ਕਸ਼ਟਾਂ ਵਿਘਨਾਂ ਤੋਂ ਬਚਾ ਕੇ ਰੱਖੇ। ਆਓ ਸਾਰੀ ਸੰਗਤ ਸ਼ਲੋਕ ਦੇ ਵਿੱਚ ਬੋਲ ਕੇ ਰਸਨਾ ਪਵਿੱਤਰ ਕਰੀਏ ਜੀ। ਸ਼ਲੋਕ। ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ, ਦਿਵਸ ਰਾਤ ਦੋਇ ਦਾਈ ਦਾਇਆ। ਚੰਗਿਆਈਆ ਵਰਿਆਈਆ, ਕਰਮੀ ਆਪੋ ਆਪਣੀ। ਜਿਨੀ ਨਾਮ ਧਿਆਇਆ, ਨਾਨਕ ਤੇ ਮੁਖ ਉਜਲੇ। ਜਿਨੀ ਨਾਮ ਧਿਆਇਆ, ਨਾਨਕ ਤੇ ਮੁਖ ਉਜਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿਰ, ਤੁਮ ਮਾਤ ਪਿਤਾ ਹਮ, ਕੋਇ ਨ ਜਾਣੈ ਤੁਮਰਾਏ। ਸਗਲ ਸਮਗਰੀ ਤੁਮਰੈ ਸੂਤਰ ਧਾਰੀ, ਤੁਮਰੀ ਗਤ ਨਿਤ ਤੁਮਰੀ ਗਾਈ। ਨਾਨਕ ਦਾਸ ਸੁਧਿਆ ਕੈ ਅਰਦਾਸ ਹਮਾਰੀ, ਹੋ ਪਿੰਡਰ ਸਭ ਤਿਲਿਆ ਪਿਆਰਿਆ। ਜਾਈ ਕੋਈ ਨਾਉ ਨ ਜਾਣੈ। ਵਾਹਿਗੁਰੂ।
मैले ही रहे न कोय बचे शरण जोए चढ़े सोतरे पार गुर तारे उतारन हार चढ़े सोतरे पार गुर तारे उतारन हार सत श्री अकाल दंडावत बंदन अंतबार